ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਮਿਲ USA ਟੀਵੀ ਤੇ ਮੈਂ ਸੁਰਭੀ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ ਆਨ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਅਮਰੀਕਾ ਨੇ EB-5 ਵੀਜ਼ਾ ਤੇ ਭਾਰਤੀਆਂ ਨੂੰ ਦਿੱਤੀ ਖੁਸ਼ਖਬਰੀ। ਅਮਰੀਕੀ ਦੂਤਾਵਾਸ ਵੱਲੋਂ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਭਾਰਤੀਆਂ ਨੂੰ ਚੇਤਾਵਨੀ। ਕੈਨੇਡਾ ਨੇ ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਸਪਾਂਸਰਸ਼ਿਪ ਪ੍ਰੋਗਰਾਮ ਕੀਤਾ ਸ਼ੁਰੂ। ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਤਹਿਤ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਮਕਾਨ ਮਾਲਕਾਂ ਤੋਂ ਕਿਰਾਏਦਾਰਾਂ ਦੀ ਜਾਣਕਾਰੀ ਦੀ ਮੰਗ ਸ਼ੁਰੂ। ਟਰੰਪ ਪ੍ਰਸ਼ਾਸਨ ਨੇ 10 ਸੂਬਿਆਂ ਦੇ 17 ਇਮੀਗ੍ਰੇਸ਼ਨ ਕੋਰਟ ਦੇ ਜੱਜ ਕੀਤੇ ਬਰਖਾਸਤ। ਅਮਰੀਕਾ 'ਚ ਨਸ਼ਾ ਤਸਕਰੀ ਦੇ ਦੋਸ਼ ਭਾਰਤੀ ਕੈਨੇਡੀਅਨ ਗੈਂਗਸਟਰ ਹੋਇਆ ਗ੍ਰਿਫਤਾਰ। ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਅਮਰੀਕਾ 'ਚ ਸੈਟਲ ਹੋਣ ਦੇ ਚਾਹਵਾਨ ਭਾਰਤੀਆਂ ਲਈ ਚੰਗੀ ਖਬਰ ਹੈ। ਅਗਸਤ 2025 ਦਾ ਵੀਜ਼ਾ ਬੁਲੇਟਿਨ ਭਾਰਤੀਆਂ ਲਈ ਉਮੀਦ ਦੀ ਕਿਰਨ ਲਿਆਇਆ। ਅਮਰੀਕੀ ਵਿਦੇਸ਼ ਵਿਭਾਗ ਨੇ EB-5 ਸ਼੍ਰੇਣੀ ਦੇ ਭਾਰਤੀ ਵੀਜ਼ਾ ਬਿਨੇਕਾਰਾਂ ਨੂੰ ਰਾਹਤ ਦਿੱਤੀ ਹੈ। ਗੈਰ ਰਾਖਵੇਂ EB-5 ਸ਼੍ਰੇਣੀ ਦੇ ਭਾਰਤੀਆਂ ਲਈ ਅੰਤਿਮ ਕਾਰਵਾਈ ਦੀ ਮਿਤੀ 6 ਮਹੀਨੇ ਵਧਾ ਦਿੱਤੀ ਗਈ ਹੈ, ਜਦਕਿ ਚੀਨ ਲਈ ਇਹ 2 ਸਾਲ ਅੱਗੇ ਵਧੇਗੀ। ਅੰਤਿਮ ਕਾਰਵਾਈ ਦੀਆਂ ਤਾਰੀਖਾਂ ਵਿੱਚ ਇਹ ਵਾਧਾ ਅਜਿਹੇ ਸਮੇਂ ਹੋਇਆ ਜਦੋਂ ਹੋਰ ਅਮਰੀਕੀ ਵੀਜ਼ਾ ਸ਼੍ਰੇਣੀਆਂ ਲਈ ਲੰਬਿਤ ਅਰਜ਼ੀਆਂ ਦੀ ਗਿਣਤੀ ਵਧ ਰਹੀ ਹੈ। ਜੁਲਾਈ 2025 ਤੱਕ ਅਮਰੀਕੀ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ 11 ਮਿਲੀਅਨ ਤੋਂ ਵੱਧ ਮਾਮਲੇ ਲੰਬਿਤ ਸਨ, ਜਿਨ੍ਹਾਂ ਵਿੱਚ ਭਾਰਤੀ H-1B ਕਰਮਚਾਰੀਆਂ ਅਤੇ ਪਰਿਵਾਰ ਆਧਾਰਿਤ ਗ੍ਰੀਨ ਕਾਰਡ ਚਾਹਵਾਨਾਂ ਦੀਆਂ ਅਰਜ਼ੀਆਂ ਸ਼ਾਮਲ ਹਨ। US ਦਾ EB-5 ਵੀਜ਼ਾ ਰੋਜ਼ਗਾਰ ਆਧਾਰਿਤ 5ਵੀਂ ਤਰਜੀਹ ਸ਼੍ਰੇਣੀ ਤਹਿਤ ਇੱਕ ਅਮਰੀਕੀ ਪ੍ਰਵਾਸੀ ਨਿਵੇਸ਼ਕ ਪ੍ਰੋਗਰਾਮ ਹੈ। ਇਹ ਵਿਦੇਸ਼ੀ ਨਾਗਰਿਕਾਂ ਨੂੰ ਇੱਕ ਯੋਗ ਅਮਰੀਕੀ ਕਾਰੋਬਾਰ ਵਿੱਚ ਘੱਟੋ-ਘੱਟ $8 ਲੱਖ ਯਾਨੀ ਕਿ ਲਗਭਗ 7 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਆਗਿਆ ਦਿੰਦਾ ਹੈ। ਹਾਲਾਂਕਿ ਉਸ ਕਾਰੋਬਾਰ ਨੂੰ ਅਮਰੀਕੀ ਕਰਮਚਾਰੀਆਂ ਲਈ ਘੱਟੋ-ਘੱਟ 10 ਨੌਕਰੀਆਂ ਪੈਦਾ ਕਰਨੀਆਂ ਲਾਜ਼ਮੀ ਹਨ। ਇਹ ਬਿਨੇਕਾਰ ਲਈ ਗ੍ਰੀਨ ਕਾਰਡ ਪ੍ਰਾਪਤ ਕਰਨ ਦਾ ਰਾਹ ਵੀ ਪੱਧਰਾ ਕਰਦਾ ਹੈ। ਇਸ ਦੇ ਉਲਟ ਭਾਰਤੀਆਂ ਲਈ EB-2 ਸ਼੍ਰੇਣੀ ਦੇ ਤੇ EB-1 ਵਿੱਚ ਕੋਈ ਰਾਹਤ ਨਹੀਂ ਹੈ, ਯਾਨੀ EB-2 ਅਤੇ EB-1 ਵਿੱਚ ਕੋਈ ਰਾਹਤ ਨਹੀਂ ਹੈ। EB-5 ਵੀਜ਼ਾ ਨਿਵੇਸ਼ਕ ਉਹਨਾਂ ਦੇ ਸਾਥੀ ਅਤੇ 21 ਸਾਲ ਤੋਂ ਘੱਟ ਉਮਰ ਦੇ ਅਣਵਿਆਹੇ ਬੱਚਿਆਂ ਨੂੰ ਕਵਰ ਕਰਦਾ ਹੈ। ਪ੍ਰਵਾਨਗੀ ਤੋਂ ਬਾਅਦ ਪਰਿਵਾਰ ਨੂੰ ਇੱਕ ਅਮਰੀਕੀ ਗ੍ਰੀਨ ਕਾਰਡ ਮਿਲਦਾ ਹੈ। ਰਾਖਵੀਆਂ ਸ਼੍ਰੇਣੀਆਂ ਦੇ ਬਿਨੇਕਾਰਾਂ ਨੂੰ ਆਮ ਤੌਰ ਤੇ 2 ਤੋਂ 3 ਸਾਲਾਂ ਦੇ ਅੰਦਰ ਗ੍ਰੀਨ ਕਾਰਡ ਮਿਲ ਜਾਂਦੇ ਹਨ। ਅਜਿਹੀ ਸਥਿਤੀ ਵਿੱਚ EB-5 ਵੀਜ਼ਾ ਪ੍ਰੋਗਰਾਮ ਗ੍ਰੀਨ ਕਾਰਡ ਲਈ ਸਿੱਧਾ ਰਸਤਾ ਲੱਭਣ ਵਾਲੇ ਭਾਰਤੀ ਪਰਿਵਾਰਾਂ ਵਿੱਚ ਤੇਜ਼ੀ ਨਾਲ ਪ੍ਰਸਿੱਧ ਹੋ ਰਿਹਾ ਹੈ। ਭਾਰਤੀ ਬਿਨੇਕਾਰਾਂ ਲਈ ਸਭ ਤੋਂ ਮਹੱਤਵਪੂਰਨ ਤਬਦੀਲੀ EB-3 ਸ਼੍ਰੇਣੀ ਵਿੱਚ ਹੈ। ਭਾਰਤ ਲਈ ਅੰਤਿਮ ਕਾਰਵਾਈ ਦੀ ਮਿਤੀ 22 ਅਪ੍ਰੈਲ 2013 ਤੋਂ ਇੱਕ ਮਹੀਨਾ ਅੱਗੇ ਵੱਧ ਕੇ 22 ਮਈ 2013 ਹੋ ਗਈ ਹੈ। ਇਸ ਸਾਲ ਅਪ੍ਰੈਲ ਵਿੱਚ ਭਾਰਤ ਲਈ EB-5 ਅਨਰਾਖਵੇਂ ਵੀਜ਼ਿਆਂ ਲਈ ਅੰਤਿਮ ਕਾਰਵਾਈ ਮਿਤੀ ਉੱਚ ਮੰਗ ਕਾਰਨ ਵਧਾਈ ਗਈ ਸੀ। ਹੁਣ ਅਗਸਤ 2025 ਦੇ ਬੁਲੇਟਿਨ ਵਿੱਚ ਇਸ ਨੂੰ ਵਧਾਉਣ ਦਾ ਐਲਾਨ ਕੀਤਾ ਗਿਆ। ਅਮਰੀਕਨ ਇਮੀਗ੍ਰੈਂਟ ਇਨਵੈਸਟਰ ਅਲਾਈਅੰਸ ਦੇ ਅਨੁਸਾਰ ਅਪ੍ਰੈਲ 2024 ਤੋਂ ਭਾਰਤੀ ਨਾਗਰਿਕਾਂ ਦੀ ਮੰਗ ਵਿੱਚ ਤੇਜ਼ੀ ਨਾਲ ਵਾਧਾ ਹੋਇਆ। ਡੇਟਾ ਦਰਸਾਉਂਦਾ ਹੈ ਕਿ ਅਕਤੂਬਰ 2022 ਤੋਂ ਹੁਣ ਤੱਕ ਭਾਰਤੀ EB-5 ਪਟੀਸ਼ਨ ਦਾਇਰ ਕਰਨ ਦੀ ਗਿਣਤੀ 1790 ਤੋਂ ਵੱਧ ਹੋ ਗਈ ਹੈ। ਜੇਕਰ ਇਹ ਜਾਰੀ ਰਿਹਾ ਤਾਂ ਭਾਰਤ FY25 ਦੇ ਅੰਤ ਤੱਕ 2000 ਫਾਈਲਿੰਗ ਨੂੰ ਪਾਰ ਕਰ ਸਕਦਾ ਹੈ। ਅਮਰੀਕਾ 'ਚ ਭਾਰਤੀ ਔਰਤ ਦੁਕਾਨ ਦੇ ਵਿੱਚ ਚੋਰੀ ਕਰਦੇ ਹੋਏ ਫੜੀ ਗਈ। ਦੂਤਾਵਾਸ ਵੱਲੋਂ ਚੇਤਾਵਨੀ ਜਾਰੀ ਹੋਈ ਹੈ, ਚੋਰੀ ਕਰੋਗੇ ਤਾਂ ਵੀਜ਼ਾ ਰੱਦ ਹੋ ਸਕਦਾ ਹੈ। ਜੀ ਹਾਂ, ਅਮਰੀਕਾ ਵਿੱਚ ਇੱਕ ਭਾਰਤੀ ਮਹਿਲਾ ਸੈਲਾਨੀ ਨੂੰ ਇਲੀਨੋਇਸ ਦੇ ਇੱਕ ਸ਼ਾਪਿੰਗ ਸਟੋਰ ਵਿੱਚ ਚੋਰੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਔਰਤ ਤੇ ਇਲੀਨੋਇਸ ਸਟੋਰ ਵਿੱਚ ਲਗਭਗ 7 ਘੰਟੇ ਬਿਤਾਉਣ ਅਤੇ ਚੋਰੀ ਕਰਨ ਦਾ ਦੋਸ਼ ਹੈ। ਔਰਤ ਦੀ ਇਹ ਹਰਕਤ CCTV ਕੈਮਰੇ ਵਿੱਚ ਕੈਦ ਹੋ ਗਈ। ਔਰਤ ਤੋਂ ਚੋਰੀ ਕੀਤਾ ਸਮਾਨ ਬਰਾਮਦ ਕੀਤਾ ਗਿਆ। ਔਰਤ ਦੀ ਪਛਾਣ ਅਵਲਾਨੀ ਵਜੋਂ ਹੋਈ ਹੈ। ਅਮਰੀਕੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਔਰਤ ਨੇ ਲਗਭਗ $1,300 ਯਾਨੀ ਕਿ ਲਗਭਗ 1,80,000 ਰੁਪਏ ਦਾ ਸਮਾਨ ਚੋਰੀ ਕੀਤਾ। CCTV ਵਿੱਚ ਦੇਖਿਆ ਗਿਆ ਹੈ ਕਿ ਔਰਤ ਸਮਾਨ ਦੇ ਨਾਲ ਭਰੀ ਟਰਾਲੀ ਲੈ ਕੇ 7 ਘੰਟੇ ਸਟੋਰ ਦੇ ਵਿੱਚ ਘੁੰਮਦੀ ਰਹੀ। ਇਸ ਤੋਂ ਬਾਅਦ ਔਰਤ ਸਮਾਨ ਦਾ ਭੁਗਤਾਨ ਕੀਤੇ ਬਿਨਾਂ ਗੇਟ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੀ ਸੀ।
ਫੜਨ ਤੋਂ ਬਾਅਦ ਔਰਤ ਨੇ ਪੁਲਿਸ ਦੇ ਸਾਹਮਣੇ ਆਪਣਾ ਪੱਖ ਵੀ ਪੇਸ਼ ਕੀਤਾ। ਔਰਤ ਨੇ ਕਿਹਾ ਕਿ ਉਹ ਸਾਰੇ ਸਮਾਨ ਦਾ ਭੁਗਤਾਨ ਕਰਨ ਲਈ ਤਿਆਰ ਹੈ। ਔਰਤ ਨੇ ਇਹ ਵੀ ਕਿਹਾ ਕਿ ਜੇਕਰ ਉਹ ਤੁਹਾਨੂੰ ਪਰੇਸ਼ਾਨ ਕੀਤਾ ਹੈ ਜਾਂ ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਪਰੇਸ਼ਾਨੀ ਹੋਈ ਹੈ ਤਾਂ ਉਸ ਲਈ ਉਹ ਮਾਫੀ ਮੰਗਦੀ ਹੈ। ਉਸਨੇ ਕਿਹਾ ਇਸ ਦੇਸ਼ ਤੋਂ ਉਹ ਨਹੀਂ ਹੈ ਅਤੇ ਉਹ ਇੱਥੇ ਨਹੀਂ ਰਹਿਣਾ ਚਾਹੁੰਦੀ। ਇਸ ਗੱਲ ਤੇ ਪੁਲਿਸ ਅਧਿਕਾਰੀ ਨੇ ਉਸ ਨੂੰ ਜਵਾਬ ਦਿੱਤਾ ਕਿ ਭਾਰਤ ਵਿੱਚ ਚੋਰੀ ਕਰਨ ਦੀ ਇਜਾਜ਼ਤ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਐਸਾ ਭਾਰਤ ਵਿੱਚ ਹੁੰਦਾ ਹੋਵੇਗਾ। ਇਸ ਘਟਨਾ ਤੋਂ ਬਾਅਦ ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ ਅਮਰੀਕੀ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਭਾਰਤੀਆਂ ਲਈ ਇੱਕ ਨਵੀਂ ਚੇਤਾਵਨੀ ਜਾਰੀ ਕੀਤੀ ਹੈ। ਐਕਸ ਤੇ ਸਾਂਝੀ ਕੀਤੀ ਗਈ ਇਸ ਨਵੀਂ ਚੇਤਾਵਨੀ ਦੇ ਵਿੱਚ ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਅਮਰੀਕਾ ਵਿੱਚ ਚੋਰੀ ਕਰਨ ਦੇ ਨਾਲ ਨਾ ਸਿਰਫ ਤੁਹਾਡੇ ਲਈ ਸਮੱਸਿਆਵਾਂ ਪੈਦਾ ਹੋਣਗੀਆਂ ਬਲਕਿ ਇਹ ਤੁਹਾਡੇ ਵੀਜ਼ਾ ਨੂੰ ਰੱਦ ਕਰਨ ਦਾ ਕਾਰਨ ਵੀ ਬਣ ਸਕਦੀ ਹੈ। ਇਸ ਦੇ ਨਾਲ ਹੀ ਤੁਸੀਂ ਭਵਿੱਖ ਵਿੱਚ ਅਮਰੀਕੀ ਵੀਜ਼ਾ ਲਈ ਅਯੋਗ ਵੀ ਹੋ ਸਕਦੇ ਹੋ। ਇਸ ਤੋਂ ਪਹਿਲਾਂ ਅਮਰੀਕੀ ਦੂਤਾਵਾਸ ਨੇ ਸਪਸ਼ਟ ਕੀਤਾ ਹੈ ਕਿ ਵੀਜ਼ਾ ਮਿਲਣ ਤੋਂ ਬਾਅਦ ਵੀ ਜਾਂਚ ਜਾਰੀ ਰਹਿੰਦੀ ਹੈ। ਜੇਕਰ ਕੋਈ ਵਿਅਕਤੀ ਅਮਰੀਕੀ ਕਾਨੂੰਨਾਂ ਅਤੇ ਇਮੀਗ੍ਰੇਸ਼ਨ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਦਾ ਵੀਜ਼ਾ ਰੱਦ ਕਰ ਦਿੱਤਾ ਜਾਵੇਗਾ ਅਤੇ ਉਸ ਨੂੰ ਦੇਸ਼ ਤੋਂ ਕੱਢ ਦਿੱਤਾ ਜਾਵੇਗਾ। ਹਜ਼ਾਰਾਂ ਕੈਨੇਡੀਅਨ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਨੂੰ ਜਲਦੀ ਹੀ ਆਪਣੇ ਅਜ਼ੀਜ਼ਾਂ ਨੂੰ ਦੁਬਾਰਾ ਸੱਦਣ ਦਾ ਮੌਕਾ ਮਿਲ ਗਿਆ। ਹੁਣ ਕੈਨੇਡਾ ਦੇ ਵਿੱਚ ਆਪਣੇ ਮਾਪਿਆਂ ਜਾਂ ਗ੍ਰੈਂਡ ਪੇਰੈਂਟਸ ਨੂੰ ਸੱਦਿਆ ਜਾ ਸਕਦਾ ਹੈ। ਸਾਲ 2025 ਦੇ ਐਲਾਨ ਦੇ ਮੁਤਾਬਕ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਯਾਨੀ ਕਿ IRCC ਇਸ ਸਾਲ ਮਾਪਿਆਂ ਅਤੇ ਦਾਦਾ-ਦਾਦੀ ਪ੍ਰੋਗਰਾਮ ਤਹਿਤ ਸਪਾਂਸਰਸ਼ਿਪ ਲਈ 10,000 ਤੱਕ ਪੂਰੀਆਂ ਅਰਜ਼ੀਆਂ ਸਵੀਕਾਰ ਕਰੇਗਾ। ਫੈਡਰਲ ਸਰਕਾਰ 28 ਜੁਲਾਈ 2025 ਤੋਂ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਪ੍ਰੋਗਰਾਮ ਤਹਿਤ ਚੁਣੇ ਹੋਏ ਵਿਅਕਤੀਆਂ ਨੂੰ ਆਪਣੇ ਮਾਪਿਆਂ ਅਤੇ ਗ੍ਰੈਂਡ ਪੇਰੈਂਟਸ ਨੂੰ ਸਥਾਈ ਨਿਵਾਸ ਲਈ ਸਪਾਂਸਰ ਕਰਨ ਲਈ ਸੱਦਾ ਦੇਣਾ ਸ਼ੁਰੂ ਕਰੇਗੀ। ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਯਾਨੀ IRCC 2 ਹਫ਼ਤਿਆਂ ਦੀ ਮਿਆਦ ਵਿੱਚ 17,860 ਸੱਦੇ ਭੇਜੇਗਾ, ਜਿਸ ਦਾ ਟੀਚਾ ਇਸ ਸਾਲ 10,000 ਪੂਰੀਆਂ ਅਰਜ਼ੀਆਂ ਨੂੰ ਮਨਜ਼ੂਰੀ ਦੇਣਾ ਹੈ। ਜਿਸ ਕਿਸੇ ਨੇ 2020 ਵਿੱਚ ਸਪਾਂਸਰ ਫਾਰਮ ਲਈ ਦਿਲਚਸਪੀ ਜਮ੍ਹਾਂ ਕਰਵਾਈ ਸੀ ਪਰ ਅਜੇ ਤੱਕ ਅਰਜ਼ੀ ਦੇਣ ਲਈ ਸੱਦਾ ਨਹੀਂ ਮਿਲਿਆ ਹੈ, ਉਸ ਨੂੰ 2020 ਵਿੱਚ ਪ੍ਰਦਾਨ ਕੀਤੇ ਗਏ ਈਮੇਲ ਖਾਤੇ ਦੀ ਜਾਂਚ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ। PGP ਪ੍ਰੋਗਰਾਮ ਯੋਗ ਕੈਨੇਡੀਅਨ ਨਾਗਰਿਕਾਂ, ਸਥਾਈ ਨਿਵਾਸੀਆਂ ਅਤੇ ਰਜਿਸਟਰਡ ਭਾਰਤੀਆਂ ਨੂੰ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸਥਾਈ ਨਿਵਾਸ ਲਈ ਸਪਾਂਸਰ ਕਰਨ ਦੇ ਯੋਗ ਬਣਾਉਂਦਾ ਹੈ। 2025 ਦੇ ਦਾਖਲੇ ਦੇ ਹਿੱਸੇ ਵਜੋਂ ਅਰਜ਼ੀ ਦੇਣ ਲਈ ਸੱਦਾ ਦਿੱਤੇ ਗਏ ਲੋਕ ਸਥਾਈ ਨਿਵਾਸ ਪੋਰਟਲ ਜਾਂ ਪ੍ਰਤੀਨਿਧੀ ਸਥਾਈ ਨਿਵਾਸ ਪੋਰਟਲ ਰਾਹੀਂ ਆਪਣੀਆਂ ਅਰਜ਼ੀਆਂ ਇਲੈਕਟ੍ਰੋਨਿਕ ਤੌਰ ਤੇ ਜਮ੍ਹਾਂ ਕਰਵਾ ਸਕਦੇ ਹਨ। ਜਿਨ੍ਹਾਂ ਨੂੰ ਇਸ ਸਾਲ ਸੱਦਾ ਨਹੀਂ ਦਿੱਤਾ ਗਿਆ ਉਹ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਲਈ ਅਰਜ਼ੀ ਦੇਣ ਬਾਰੇ ਵਿਚਾਰ ਕਰ ਸਕਦੇ ਹਨ, ਜੋ ਕਿ ਇੱਕ ਮਲਟੀਪਲ ਐਂਟਰੀ ਵੀਜ਼ਾ ਹੈ ਜੋ 10 ਸਾਲਾਂ ਤੱਕ ਵੈਧ ਹੈ। ਸੁਪਰ ਵੀਜ਼ਾ ਧਾਰਕ ਇੱਕ ਸਮੇਂ ਵਿੱਚ 5 ਸਾਲ ਲਈ ਕੈਨੇਡਾ ਵਿੱਚ ਰਹਿ ਸਕਦੇ ਹਨ। ਦੇਸ਼ ਛੱਡੇ ਬਿਨਾਂ ਆਪਣੀ ਫੇਰੀ ਨੂੰ ਇੱਕ ਸਮੇਂ ਵਿੱਚ 2 ਸਾਲ ਤੱਕ ਵਧਾਉਣ ਦੇ ਵਿਕਲਪ ਦੇ ਨਾਲ 5 ਫਰਵਰੀ 2025 ਤੱਕ PGP ਪ੍ਰੋਗਰਾਮ ਅਰਜ਼ੀਆਂ ਲਈ ਪ੍ਰਕਿਰਿਆ ਸਮਾਂ ਕਿਊਬੈਕ ਤੋਂ ਬਾਹਰ ਜਾਣ ਵਾਲਿਆਂ ਲਈ ਲਗਭਗ 24 ਮਹੀਨੇ ਸੀ। ਸੂਬੇ ਦੇ ਵਧੇਰੇ ਸੀਮਿਤ ਪਰਿਵਾਰਕ ਸ਼੍ਰੇਣੀ ਦਾਖਲੇ ਟੀਚਿਆਂ ਕਾਰਨ ਕਿਊਬੈਕ ਨਿਰਧਾਰਤ ਬਿਨੇਕਾਰਾਂ ਲਈ ਇਹ 48 ਮਹੀਨੇ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਤਹਿਤ ਇੱਕ ਵਿਆਪਕ ਲਾਗੂ ਕਰਨ ਦੀ ਰਣਨੀਤੀ ਦੇ ਹਿੱਸੇ ਵਜੋਂ ਸੰਘੀ ਇਮੀਗ੍ਰੇਸ਼ਨ ਅਧਿਕਾਰੀ ਮਕਾਨ ਮਾਲਕਾਂ ਤੋਂ ਕਿਰਾਏਦਾਰਾਂ ਦੀ ਜਾਣਕਾਰੀ ਦੀ ਮੰਗ ਕਰ ਰਹੇ ਹਨ। ਅਟਲਾਂਟਾ ਸਥਿਤ ਰੀਅਲ ਅਸਟੇਟ ਅਟਾਰਨੀ ਜਿਨ੍ਹਾਂ ਦੀ ਐਸੋਸੀਏਟਿਡ ਪ੍ਰੈਸ ਦੁਆਰਾ ਸਲਾਹ ਕੀਤੀ ਗਈ ਹੈ, ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕਈ ਗ੍ਰਾਹਕਾਂ ਨੂੰ ਹਾਲ ਹੀ ਵਿੱਚ ਖਾਸ ਕਿਰਾਏਦਾਰਾਂ ਲਈ ਪੂਰੀਆਂ ਕਿਰਾਏ ਦੀਆਂ ਫਾਈਲਾਂ ਦੀ ਮੰਗ ਕਰਨ ਲਈ ਪ੍ਰਸ਼ਾਸਕੀ ਸੰਮਨ ਪ੍ਰਾਪਤ ਹੋਏ ਹਨ। ਹੋਮਲੈਂਡ ਸਿਕਿਉਰਿਟੀ ਦੇ ਬੁਲਾਰੇ ਟ੍ਰੀਸੀਆ ਨੇ ਇਸ ਅਭਿਆਸ ਦਾ ਬਚਾਅ ਕਰਦੇ ਹੋਏ ਕਿਹਾ ਕਿ ICE ਯਾਨੀ ਆਈਸ ਅਤੇ ਹੋਰ ਇਮੀਗ੍ਰੇਸ਼ਨ ਏਜੰਸੀਆਂ ਨੂੰ ਪ੍ਰਸ਼ਾਸਕੀ ਸੰਮਨ ਜਾਰੀ ਕਰਨ ਦਾ ਅਧਿਕਾਰ ਹੈ ਅਤੇ ਪਾਲਣਾ ਨਾ ਕਰਨ ਦੇ ਸੰਭਾਵੀ ਕਾਨੂੰਨੀ ਜੁਰਮਾਨੇ ਦੀ ਚੇਤਾਵਨੀ ਦਿੱਤੀ ਹੈ। ਇਹ ਵਿਕਾਸ ਉਦੋਂ ਹੋਇਆ ਜਦੋਂ ਟਰੰਪ ਪ੍ਰਸ਼ਾਸਨ ਕਈ ਮੋਰਚਿਆਂ ਤੇ ਇਮੀਗ੍ਰੇਸ਼ਨ ਲਾਗੂ ਕਰਨ ਦੇ ਯਤਨਾਂ ਨੂੰ ਤੇਜ਼ ਕਰ ਰਹੇ ਹਨ। ਇਸ ਹਫ਼ਤੇ ਦੇ ਸ਼ੁਰੂ ਵਿੱਚ ਕਾਰਜਕਾਰੀ ਆਈਸ ਡਾਇਰੈਕਟਰ ਟੋਡ M. ਲੂਇਸ ਨੇ ਇੱਕ ਨਿਰਦੇਸ਼ ਜਾਰੀ ਕੀਤਾ ਸੀ ਜਿਸ ਵਿੱਚ ਜ਼ਿਆਦਾਤਰ ਮਾਮਲਿਆਂ 'ਚ ਬਾਂਡ ਸੁਣਵਾਈਆਂ ਨੂੰ ਖਤਮ ਕਰਦੇ ਹੋਏ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਉਹਨਾਂ ਦੀ ਹਟਾਉਣ ਦੀ ਪੂਰੀ ਕਾਰਵਾਈ ਲਈ ਹਿਰਾਸਤ ਵਿੱਚ ਰੱਖਣ ਦੀ ਲੋੜ ਸੀਗੀ। ਯਾਨੀ ਕਿ ਇਹ ਕਿਹਾ ਗਿਆ ਸੀਗਾ ਕਿ ਜਿੰਨੇ ਵੀ ਗੈਰ
ਕਾਨੂੰਨੀ ਦਸਤਾਵੇਜ਼ ਵਾਲੇ ਪ੍ਰਵਾਸੀ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾਵੇਗਾ। ਰਿਹਾਈ ਦੀ ਇਜਾਜ਼ਤ ਜਿਹੜੀ ਹੈ ਆਈਸ ਅਧਿਕਾਰੀਆਂ ਦੇ ਵਿਵੇਕ ਤੇ ਸਿਰਫ ਅਸਾਧਾਰਨ ਹਾਲਾਤਾਂ ਵਿੱਚ ਹੀ ਦਿੱਤੀ ਜਾਵੇਗੀ। ਟਰੰਪ ਦੇ ਸਰਹੱਦੀ ਜ਼ਾਰ ਟੌਮ ਹੋਮਨ ਨੇ ਪਿਛਲੇ ਹਫ਼ਤੇ प्रतिदिन 7000 गिरफ्तारियां की मांग की सी, जो कि व्हाइट हाउस के उच्च अधिकारियों द्वारा निर्धारित किए गए टीचे तो दुगने तो भी वध है। ट्रंप प्रशासन ने हाल ही के दिनों 17 इमीग्रेशन कोर्ट के जजां नूं बर्खास्त किया। उन्हां दी अगवाई करन वाले संघ ने यह जानकारी दी है। ट्रंप प्रशासन देश च प्रवासियों के वड्डे पद्धर ते जलावतनी नूं अगे वधा दिता है। यह बर्खास्तगी अजिहे समय च हुई है जदों अदालतां ट्रंप प्रशासन दे सख्त इमीग्रेशन कानून लागू करन दियां कोशिशां दे केंद्र च आ गई है, जिथे इमीग्रेशन ते कस्टम ड्यूटी इन्फोर्समेंट अधिकारी कार्रवाई लई अदालत च हाजिर होने वाले गैर प्रवासियों नूं गिरफ्तार कर रहे हैं। इमीग्रेशन कोर्ट के जजां दे नाल-नाल होरना पेशेवरां दी नुमाइंदगी करन वाले अंतरराष्ट्रीय व्यापारक ते तकनीकी इंजीनियर्स महासंघ ने कहा है कि शुक्रवार नूं 15 जजां ते सोमवार नूं 2 होरनां नूं बर्खास्त कर दिता गया। अजिहा करन पिछे कोई कारण नहीं दस्सिया गया। संघ ने कहा कि वह देश भर के 10 ਵੱਖ-ਵੱਖ सूबियां कैलिफोर्निया, इलिनॉइस, लुइसियाना, मैरीलैंड, मैसेचुसेट्स, न्यूयॉर्क, ओहायो, टैक्सास, यूटा ते वर्जीनिया ਦੀਆਂ ਅਦਾਲਤਾਂ ਦੇ ਵਿੱਚ ਕੰਮ ਕਰ ਰਹੇ ਹਨ। यूनियन के प्रधान मैट बिग्स ने कहा कि बेहद अपमानजनक ते जनहित विरुद्ध है कि जिस समय कांग्रेस ने 800 इमीग्रेशन जजां ਨੂੰ रजिस्टर किया है, उस समय असी बिना किसी कारण ਵੱਡੀ ਗਿਣਤੀ ਵਿੱਚ इमीग्रेशन जजां ਨੂੰ बर्खास्त कर रहे हैं। ਇਹ बेतुका है। इसका हल है कि बर्खास्तगी बंद की जाए ते नियुक्ति शुरू की जाए। इमीग्रेशन समीक्षा के कार्यकारी दफ्तर की चेयरपर्सन ने ईमेल च किया है कि दफ्तर बर्खास्तगी ते कोई टिप्पणी नहीं करेगा। ਭਾਰਤੀ ਕੈਨੇਡੀਅਨ ਗੈਂਗਸਟਰ ਨੂੰ ਅਮਰੀਕਾ 'ਚ ਇੱਕ ਬਦਨਾਮ ਆਇਰਿਸ਼ ਗਿਰੋਹ ਦੇ ਨਾਲ ਮਿਲ ਕੇ ਅੰਤਰਰਾਸ਼ਟਰੀ ਪੱਧਰ ਤੇ ਡਰੱਗ ਤਸਕਰੀ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ। ਉਪਿੰਦਰ ਸਿੰਘ ਸਿਆਨ ਨਾਮੀ ਗੈਂਗਸਟਰ ਆਇਰਿਸ਼ ਕਿਨਾਹਨ ਗਿਰੋਹ ਦੇ ਨਾਲ ਮਿਲ ਕੇ ਅੰਤਰਰਾਸ਼ਟਰੀ ਪੱਧਰ ਤੇ ਮੈਥਮਫੈਂਟਾਮਾਈਨ ਤੇ ਫੈਂਟਾਨੀਲ ਪ੍ਰੀਕਰਸਰ ਦੀ ਤਸਕਰੀ ਕਰਦਾ ਹੈ। ਸਿਆਨ ਨੂੰ ਪਿਛਲੇ ਮਹੀਨੇ ਨੇਵਾਦਾ ਦੇ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਨੇ ਗ੍ਰਿਫਤਾਰ ਕੀਤਾ ਸੀ। रिपोर्ट च कहा गया है कि अदालती दस्तावेज़ों तो पता लगता है कि तुर्की ते अमरीकी अपराधी संगठनों वालों समर्थित सियान चीन तो प्रिकर्सर रसायनों की दरामद ते लॉस एंजलस बंदरगाह राही आस्ट्रेलिया नूं नशीले पदार्थों की बरामद की साजिश च शामिल सी। ब्रिटिश कोलंबिया के सरी स्थित ब्रदर्स कीपर्स नाल जुड़े सियान नूं एरिजोना च गिरफ्तार किया गया सी। उस नूं हिरासत च रखने का हुक्म दिता गया। ब्रदर्स कीपर्स एक कनेडियन संगठित अपराध समूह है जिसने होर अंतरराष्ट्रीय गैंगां दे नाल संबंध स्थापित किए हैं। खबर के मुताबिक नेवाडा के एक जज ने सियान नूं कैलिफोर्निया तब्दील होने तक हिरासत विच रखने का हुक्म दिता है। उन्होंने कहा कि मामले के होर शक्कियां ते अजे तक दोष नहीं लगाया गया है। सियान 2008 ਅਤੇ 2011 ਵਿੱਚ ਸਰੀ ਵਿੱਚ 2 ਗੋਲੀਬਾਰੀ ਵਿੱਚ ਬਚ ਗਿਆ ਸੀ। ਸੰਗੀਤ ਰਿਐਲਿਟੀ ਸ਼ੋਅ ਅਮਰੀਕਨ ਆਈਡਲ ਦੀ ਮਿਊਜ਼ਿਕ ਸੁਪਰਵਾਈਜ਼ਰ ਅਤੇ ਉਹਨਾਂ ਦੇ ਪਤੀ ਦੀ ਸੋਮਵਾਰ ਦੁਪਹਿਰ ਨੂੰ ਅਮਰੀਕਾ ਦੇ ਲਾਸ ਐਂਜਲਸ ਸਥਿਤ ਆਪਣੇ ਘਰ ਵਿੱਚ ਮ੍ਰਿਤਕ ਪਾਏ ਗਏ। ਕਈ ਦਿਨਾਂ ਤੋਂ ਇਸ ਜੋੜੇ ਨਾਲ ਕੋਈ ਸੰਪਰਕ ਨਾ ਹੋਣ ਕਾਰਨ ਉਹਨਾਂ ਦੇ ਦੋਸਤਾਂ ਦੇ ਚਿੰਤਿਤ ਹੋਣ ਤੇ ਅਧਿਕਾਰੀਆਂ ਨੇ ਕਾਰਵਾਈ ਕੀਤੀ। अधिकारी ਜਦੋਂ ਐਨਸੀਨੋ ਖੇਤਰ ਵਿੱਚ ਸਥਿਤ ਘਰ ਵਿੱਚ ਦਾਖਲ ਹੋਏ ਤਾਂ ਅੰਦਰੋਂ ਇੱਕ ਆਦਮੀ ਅਤੇ ਇੱਕ ਔਰਤ ਦੀਆਂ ਲਾਸ਼ਾਂ ਮਿਲੀਆਂ ਜਿਨ੍ਹਾਂ ਨੂੰ ਗੋਲੀਆਂ ਲੱਗੀਆਂ ਹੋਈਆਂ ਸਨ। ਅਮਰੀਕਨ ਆਈਡਲ ਦੇ ਇੱਕ ਬੁਲਾਰੇ ਨੇ ਰੋਬਿਨ ਕੇ ਅਤੇ ਉਹਨਾਂ ਦੇ 70 ਸਾਲਾਂ ਦੇ ਪਤੀ ਥੋਮਸ ਡੈਲੂਕਾ ਦੀ ਮੌਤ ਦੀ ਪੁਸ਼ਟੀ ਕੀਤੀ। ਸ਼ੋਅ ਦੇ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਰੋਬਿਨ 2009 ਤੋਂ ਆਈਡੀਅਲ ਪ੍ਰੋਗਰਾਮ ਦੀ ਸ਼ੁਰੂਆਤੀ ਮੈਂਬਰ ਰਹੀ ਹੈ ਅਤੇ ਜਨਤਾ ਦੁਆਰਾ ਉਹਨਾਂ ਨੂੰ ਬਹੁਤ ਪਿਆਰ ਅਤੇ ਸਤਿਕਾਰ ਦਿੱਤਾ ਜਾਂਦਾ ਸੀ। ਬੁਲਾਰੇ ਨੇ ਕਿਹਾ ਕਿ ਰੋਬਿਨ ਹਮੇਸ਼ਾ ਸਾਡੇ ਦਿਲਾਂ ਵਿੱਚ ਰਹੇਗੀ ਅਤੇ ਅਸੀਂ ਇਸ ਮੁਸ਼ਕਲ ਸਮੇਂ ਦੌਰਾਨ ਉਹਨਾਂ ਦੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਆਪਣੀ ਹਮਦਰਦੀ ਸਾਂਝੀ ਕਰਦੇ ਹਾਂ। ਲਾਸ ਐਂਜਲਸ ਪੁਲਿਸ ਨੇ ਕਿਹਾ ਹੈ ਕਿ ਉਹਨਾਂ ਨੇ ਦੁਪਹਿਰ ਯਾਨੀ ਮੰਗਲਵਾਰ ਦੁਪਹਿਰ ਨੂੰ ਜੋੜੇ ਦੇ ਕਤਲ ਦੇ ਸਬੰਧ ਵਿੱਚ 22 ਸਾਲ ਦੇ ਰੇਮੰਡ ਨੂੰ ਗ੍ਰਿਫਤਾਰ ਕੀਤਾ ਹੈ। ਰੇਮੰਡ 10 ਜੁਲਾਈ ਨੂੰ ਕਥਿਤ ਤੌਰ ਤੇ ਚੋਰੀ ਦੇ ਇਰਾਦੇ ਨਾਲ ਉਹਨਾਂ ਦੇ ਘਰ ਵਿੱਚ ਦਾਖਲ ਹੋਇਆ ਜਦਕਿ ਉਸ ਸਮੇਂ ਜੋੜਾ ਘਰ ਤੋਂ ਬਾਹਰ ਸੀ। ਪੁਲਿਸ ਦਾ ਮੰਨਣਾ ਹੈ ਕਿ ਰੇਮੰਡ ਖੁੱਲੇ ਦਰਵਾਜ਼ੇ ਰਾਹੀਂ ਅੰਦਰ ਦਾਖਲ ਹੋਇਆ ਸੀ ਅਤੇ ਜਦੋਂ ਜੋੜਾ ਵਾਪਸ ਆਇਆ ਤਾਂ ਉਦੋਂ ਵੀ ਉਹ ਅੰਦਰ ਹੀ ਸੀ। ਕਥਿਤ ਤੌਰ ਤੇ ਇਸ ਦੌਰਾਨ ਇੱਕ ਮੁੱਠਭੇੜ ਹੋਈ ਜਿਸ ਤੋਂ ਬਾਅਦ ਸ਼ੱਕੀ ਨੇ ਪੈਦਲ ਭੱਜਣ ਤੋਂ ਪਹਿਲਾਂ ਜੋੜੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਾਈਟ ਹਾਊਸ ਵਿਖੇ 2 ਖਾੜੀ ਦੇਸ਼ਾਂ ਦੇ ਆਗੂਆਂ ਦੇ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਅਜਿਹੇ ਸਮੇਂ ਹੋਈ ਜਦੋਂ ਇਜ਼ਰਾਈਲ ਅਤੇ ਸੀਰੀਆ ਦੇ ਵਿਚਕਾਰ ਹਿੰਸਾ ਨੇ ਪੱਛਮੀ ਏਸ਼ੀਆ ਵਿੱਚ ਸ਼ਾਂਤੀ ਸਥਾਪਿਤ ਕਰਨ ਦੇ ਟਰੰਪ ਦੇ ਸੰਕਲਪ ਤੇ ਫਿਰ ਸਵਾਲ ਖੜੇ ਕੀਤੇ ਹਨ। ਟਰੰਪ ਨੇ ਓਵਲ ਦਫ਼ਤਰ ਵਿੱਚ ਬਹਿਰੀਨ ਦੇ ਕਰਾਊਨ ਪ੍ਰਿੰਸ ਸਲਮਾਨ ਬਿਨ ਹਮਦ ਅਲ ਖਲੀਫਾ ਦੇ ਨਾਲ ਮੁਲਾਕਾਤ ਕੀਤੀ ਅਤੇ ਕਤਰ ਦੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਅਬਦੁਲ ਰਹਿਮਾਨ ਅਲ ਸਾਨੀ ਨਾਲ ਰਾਤ ਦਾ ਖਾਣਾ ਖਾਧਾ। ਗਾਜ਼ਾ ਵਿੱਚ ਚੱਲ ਰਹੇ ਸੰਘਰਸ਼ ਅਤੇ ਖੇਤਰ ਵਿੱਚ ਹੋਰ ਭਖਦੀਆਂ ਸਮੱਸਿਆਵਾਂ ਦੇ ਵਿਚਕਾਰ ਟਰੰਪ ਨੇ ਆਰਥਿਕ ਵਿਕਾਸ ਰਾਹੀਂ ਕੂਟਨੀਤਿਕ ਸਬੰਧਾਂ ਨੂੰ ਉਤਸ਼ਾਹਿਤ ਕਰਨ ਤੇ ਵਧੇਰੇ ਧਿਆਨ ਕੇਂਦਰਿਤ ਕੀਤਾ। ओवल दफ्तर विच बहरीन के क्राउन प्रिंस सलमान बिन हमद अल खलीफा नाल मुलाकात करते हुए ट्रंप ने कहा कि उन्हां नूं जो भी चाहिदा सी असीं उन्हां दी मदद कीती है अते सानूं जो भी चाहिदा सी उन्हां ने उस विच साडी मदद कीती। कतर के प्रधानमंत्री सानी बुधवार शाम नूं ट्रंप दे नाल रात दे खाने लई वाइट हाउस विच सन। अमेरिका के टैरिफ ऐलान मगरों हुण नाटो ने भारत चीन अते ब्राजील ते 100% टैरिफ लाने की धमकी दी है। नाटो के ਸਕੱਤਰ जनरल मार्क रूट ने कहा कि जे तुसी चीन के राष्ट्रपति, भारत के प्रधानमंत्री या ब्राजील के राष्ट्रपति हो तो तुहानू ये समझना होगा कि रूस नाल व्यापार जारी रखने का भारी नुकसान हो सकता है। अमरीकी सैनेटर्स नाल मुलाकात तो बाद रूट ने कहा कि इन्हां तिन्नां देशां नू रूसी राष्ट्रपति व्लादिमीर पुतिन ते दबाव पाउणा चाहिए तां जो ਉਹ शांति वार्ता ਨੂੰ गंभीरता ਦੇ ਨਾਲ ਲੈਣ। रूट ने ਤਿੰਨਾਂ ਦੇਸ਼ਾਂ ਤੇ ਸੈਕੰਡਰੀ ਪਾਬੰਦੀਆਂ ਲਾਉਣ ਦੀ ਧਮਕੀ ਵੀ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਇਹ ਦੇਸ਼ ਰੂਸ ਤੋਂ ਤੇਲ ਅਤੇ ਗੈਸ ਖਰੀਦਣਾ ਜਾਰੀ ਰੱਖਦੇ ਹਨ ਤਾਂ ਇਨ੍ਹਾਂ ਦੇਸ਼ਾਂ ਤੇ 100% ਦੀ ਸੈਕੰਡਰੀ ਪਾਬੰਦੀਆਂ ਲਗਾਈਆਂ ਜਾਣਗੀਆਂ। ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦ ਸੰਗਰੀ ਵਿਰੁੱਧ ਇੱਕ ਆਤੰਕਵਾਦੀ ਜਥੇਬੰਦੀ ਦੇ ਮੈਂਬਰ ਨੂੰ ਵੀਜ਼ਾ ਦੇਣ ਦੀ ਸਿਫਾਰਿਸ਼ ਕਰਨ ਦੇ ਦੋਸ਼ ਲੱਗੇ ਹਨ। ਜੀ ਹਾਂ, ਨਿਊਜ਼ ਦੇ ਮੁਤਾਬਕ ਗੈਰੀ ਆਨੰਦ ਸੰਗਰੀ ਨੇ ਸਿਫਾਰਿਸ਼ ਪੱਤਰ 2016 ਅਤੇ 2023 ਵਿੱਚ ਲਿਖੇ ਜਦੋਂ ਉਹ ਮੰਤਰੀ ਮੰਡਲ ਵਿੱਚ ਸ਼ਾਮਲ ਨਹੀਂ ਸਨ। ਬਤੌਰ ਐਮਪੀ ਹਾਊਸ ਆਫ ਕਾਮਨਸ ਦੇ ਲੈਟਰਹੈਡ ਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਲਿਖੇ ਪੱਤਰਾਂ ਵਿੱਚ ਉਹਨਾਂ ਵੱਲੋਂ ਸ਼੍ਰੀਲੰਕਾ ਦੀ ਲਿਬਰੇਸ਼ਨ ਟਾਈਗਰਸ ਆਫ ਤਾਮਿਲ ਇਲਮ ਦੇ ਇੱਕ ਕਥਿਤ ਮੈਂਬਰ ਨੂੰ ਵੀਜ਼ੇ ਦੀ ਵਕਾਲਤ ਕੀਤੀ ਗਈ। ਪਤਨੀ ਅਤੇ ਬੱਚੇ ਤੋਂ ਵੱਖ ਹੋ ਗਿਆ ਅਤੇ ਇਹ ਫੈਸਲਾ ਸਰਾਸਰ ਅਣਮਨੁੱਖੀ ਹੈ। ਲਿਬਰਲ ਐਮਪੀ ਨੇ ਅੱਗੇ ਲਿਖਿਆ ਕਿ CBSA ਵੱਲੋਂ ਫੈਸਲੇ ਤੇ ਮੁੜ ਵਿਚਾਰ ਕੀਤਾ ਜਾਵੇ। ਦੱਸ ਦਈਏ ਕਿ ਪੱਤਰ ਲਿਖਣ ਵੇਲੇ ਗੈਰੀ ਆਨੰਦ ਸੰਗਰੀ ਨਿਆਂ ਮੰਤਰਾਲੇ ਵਿੱਚ ਪਾਰਲੀਮੈਨੀ ਸਕੱਤਰ ਸਨ ਅਤੇ 26 ਜੁਲਾਈ 2023 ਨੂੰ ਉਹ ਜਸਟਿਨ ਟਰੂਡੋ ਦੀ ਸਰਕਾਰ ਵਿੱਚ ਪਹਿਲੀ ਵਾਰ ਕੈਬਨਿਟ ਮੰਤਰੀ ਬਣੇ। ਸੈਲਵਾਕ ਕੁਮਾਰਨ ਦੀ ਹਮਾਇਤ ਬਾਰੇ ਪੁੱਛੇ ਜਾਣ ਤੇ ਗੈਰੀ ਆਨੰਦ ਸੰਗਰੀ ਨੇ ਕਿਹਾ ਕਿ ਬਿਆਨ ਵਿੱਚ ਕਿਹਾ ਹੈ ਕਿ ਮਾਮਲਾ ਅਦਾਲਤ ਵਿੱਚ ਹੋਣ ਕਾਰਨ ਕੋਈ ਟਿੱਪਣੀ ਕਰਨੀ ਵਾਜਬ ਨਹੀਂ ਹੈ। ਉਹਨਾਂ ਨੇ ਦਲੀਲ ਦਿੱਤੀ ਕਿ ਬਤੌਰ ਮੰਤਰੀ ਕਦੇ ਕਿਸੇ ਵਾਸਤੇ ਕੋਈ ਸਿਫਾਰਿਸ਼ ਨਹੀਂ ਪਰ ਸਿਆਸਤ ਦੀ ਜਾਣਕਾਰੀ ਮਾਮਲਾ ਗੁੰਝਲਦਾਰ ਦੱਸ ਰਹੇ ਹਨ। ਸੈਲਵਾਕ ਕੁਮਾਰਨ ਦੀ PR ਅਰਜ਼ੀ ਰੱਦ ਕਰਨ ਲਈ CBSA ਦੀ ਪ੍ਰੈਜ਼ੀਡੈਂਟ ਐਰਿਨ ਓ ਗੋਰਮਨ ਇਸ ਵੇਲੇ ਗੈਰੀ ਆਨੰਦ ਸੰਗਰੀ ਦੇ ਅਧੀਨ ਕੰਮ ਕਰਦੇ ਹਨ। ਦੂਜੇ ਪਾਸੇ ਇੱਕ ਫੈਡਰਲ ਅਦਾਲਤ ਨੇ ਪਿਛਲੇ ਦਿਨੀ ਸੈਲਵਾ ਕੁਮਾਰਨ ਦੀ ਅਪੀਲ ਰੱਦ ਕੀਤੀ ਅਤੇ ਜੱਜ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਬਤੌਰ ਸਬੂਤ ਇੱਕ MP ਦਾ ਸਿਫਾਰਸ਼ੀ ਪੱਤਰ ਪੇਸ਼ ਕੀਤਾ ਗਿਆ। ਮੁਕੱਦਮੇ ਦੇ ਦਸਤਾਵੇਜ਼ਾਂ ਦੀ ਪੂਰਨ ਪਛਾਣ ਦੌਰਾਨ ਆਨੰਦ ਸੰਗਰੀ ਦੇ ਦਸਤਖਤ ਵਾਲੀਆਂ 2 ਚਿੱਠੀਆਂ ਮਿਲ ਗਈਆਂ। ਇਸ ਦੌਰਾਨ ਸੈਲਵਾ ਕੁਮਾਰਨ ਦੇ ਵਕੀਲ ਲੋਰੈਨ ਨੇ ਕਿਹਾ ਕਿ ਇੱਕ MP ਅਜਿਹੇ ਸਿਫਾਰਸ਼ੀ ਪੱਤਰ ਉਸ ਵੇਲੇ ਲਿਖਦਾ ਹੈ ਜਦੋਂ ਹਲਕੇ ਦੇ ਲੋਕਾਂ ਵੱਲੋਂ ਆਪਣੇ ਚੁਣੇ ਹੋਏ ਨੁਮਾਇੰਦੇ ਨਾਲ ਸੰਪਰਕ ਕਰਦਿਆਂ ਅਜਿਹਾ ਕਰਨ ਲਈ ਦਬਾਅ ਪਾਇਆ ਜਾਂਦਾ ਹੈ। ਅਜਿਹਾ ਕਰਨ ਵਿੱਚ ਕੁਝ ਗਲਤ ਵੀ ਨਹੀਂ ਹੁੰਦਾ। ਇਜ਼ਰਾਈਲ ਦੇ ਡਰੋਨ ਹਮਲੇ ਕਾਰਨ ਸੀਰੀਆ ਦਾ ਦਮਿਸ਼ਕ ਸ਼ਹਿਰ ਧੂਏ ਵਿੱਚ ਬਦਲ ਗਿਆ। ਧਮਾਕਾ ਹੁੰਦੇ ਹੀ ਪੂਰਾ ਇਲਾਕਾ ਧੂਏ ਨਾਲ ਢੱਕ ਗਿਆ। ਇਸ ਹਮਲੇ ਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਇੱਕ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸ਼ਹਿਰ ਵਿੱਚ ਹਮਲੇ ਦੌਰਾਨ ਐਂਕਰ ਨੂੰ TV ਚੈਨਲ ਤੇ ਚੱਲ ਰਹੇ ਲਾਈਵ ਪ੍ਰੋਗਰਾਮ ਨੂੰ ਛੱਡ ਕੇ ਭੱਜਣਾ ਪਿਆ। ਇਨ੍ਹਾਂ ਹਮਲਿਆਂ ਵਿੱਚ ਇਜ਼ਰਾਈਲ ਨੇ ਸੀਰੀਆ ਦੇ ਰੱਖਿਆ ਮੰਤਰਾਲੇ ਅਤੇ ਫੌਜ ਦੇ ਮੁੱਖ ਦਫ਼ਤਰ ਨੂੰ ਨਿਸ਼ਾਨਾ ਬਣਾਇਆ। ਇਸ ਨੇ ਡਰੋਨ ਅਤੇ ਬੰਬਾਂ ਦੇ ਨਾਲ ਹਮਲਾ ਕੀਤਾ। ਇਜ਼ਰਾਈਲ ਵੱਲੋਂ ਇਸ ਹਮਲੇ ਦੀ ਪੁਸ਼ਟੀ ਕੀਤੀ ਗਈ ਹੈ। ਇਸ ਨੇ ਇਨ੍ਹਾਂ ਹਮਲਿਆਂ ਨੂੰ ਰੂਸ ਦੇ ਹਮਲੇ ਦਾ ਬਦਲਾ ਦੱਸਿਆ ਹੈ। ਦ ਟਾਈਮਜ਼ ਆਫ ਇਜ਼ਰਾਈਲ ਦੀ ਰਿਪੋਰਟ ਦੇ ਅਨੁਸਾਰ IDF ਨੇ ਕਿਹਾ ਹੈ ਕਿ ਦਮਿਸ਼ਕ ਵਿੱਚ ਸੀਰੀਆ ਜਨਰਲ ਸਟਾਫ ਕਮਾਂਡ ਦੀ ਇਮਾਰਤ ਅਤੇ ਸੀਰੀਆ ਦੇ ਰਾਸ਼ਟਰਪਤੀ ਮਹਿਲ ਦੇ ਨੇੜੇ ਇੱਕ ਹੋਰ ਫੌਜੀ ਨਿਸ਼ਾਨੇ ਤੇ ਭਾਰੀ ਹਮਲੇ ਕੀਤੇ ਗਏ।
ਆਈਡੀਐਫ ਦਾ ਕਹਿਣਾ ਹੈ ਕਿ ਤਾਜ਼ਾ ਹਮਲਿਆਂ ਵਿੱਚ ਦੱਖਣੀ ਸੀਰੀਆ ਦੇ ਡਰੂਜ਼ ਪ੍ਰਭਾਵਸ਼ਾਲੀ ਸ਼ਹਿਰ ਸਵੀਦਾ ਵੱਲ ਜਾ ਰਹੇ ਸੀਰੀਆਈ ਟੈਂਕਾਂ, ਰੌਕਟ ਲਾਂਚਰਾਂ ਅਤੇ ਮਸ਼ੀਨ ਗਨ ਨਾਲ ਲੈਸ ਪਿਕਅਪ ਟਰੱਕਾਂ ਨੂੰ ਨੁਕਸਾਨ ਪਹੁੰਚਾਇਆ ਹੈ, ਨਾਲ ਹੀ ਰਸਤੇ ਨੂੰ ਵੀ। ਹਮਲੇ ਵਿੱਚ ਸੀਰੀਆ ਨੂੰ ਭਾਰੀ ਨੁਕਸਾਨ ਹੋਇਆ ਹੈ। ਇਜ਼ਰਾਈਲੀ ਫੌਜ ਦਾ ਕਹਿਣਾ ਹੈ ਕਿ ਆਈਡੀਐਫ ਦੱਖਣੀ ਸੀਰੀਆ ਵਿੱਚ ਡਰੂਜ਼ ਨਾਗਰਿਕਾਂ ਵਿਰੁੱਧ ਗਤੀਵਿਧੀਆਂ ਦੀ ਨਿਗਰਾਨੀ ਕਰ ਰਿਹਾ ਹੈ। ਇਸ ਤੋਂ ਇਲਾਵਾ ਆਈਡੀਐਫ ਨੇ ਵੀ ਕਿਹਾ ਕਿ ਉਹ ਗੋਲਾਨ ਹਾਈਟਸ ਵਿੱਚ 2 ਡਿਵੀਜ਼ਨਾਂ ਨੂੰ ਤੈਨਾਤ ਕਰਨ ਦੇ ਨਾਲ-ਨਾਲ ਡਰੋਨ ਅਤੇ ਲੜਾਕੂ ਜਹਾਜ਼ਾਂ ਸਮੇਤ ਹਵਾਈ ਫੌਜਾਂ ਭੇਜਣ ਲਈ ਤਿਆਰ ਹੈ। ਇਹ ਵਾਧੂ ਬਲ ਸਰਹੱਦ ਤੇ ਅਤੇ ਬਫਰ ਜ਼ੋਨ ਵਿੱਚ 210ਵੀਂ ਬਾਸ਼ਨ ਡਿਵੀਜ਼ਨ ਨੂੰ ਮਜ਼ਬੂਤ ਕਰਨਗੇ। ਆਈਡੀਐਫ ਆਪਣੇ ਡਰੂਜ਼ ਭਰਾਵਾਂ ਦੇ ਨਾਲ ਖੜਾ ਹੈ, ਇਸ ਲਈ ਅਸੀਂ ਜਿੱਥੇ ਵੀ ਜ਼ਰੂਰੀ ਹੋਵੇ ਉਹਨਾਂ ਦੀ ਰੱਖਿਆ ਲਈ ਪੂਰੀ ਸੀਰੀਆ ਵਿੱਚ ਹਮਲੇ ਕਰ ਰਹੇ ਹਾਂ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਜੋ ਲੰਬੇ ਸਮੇਂ ਤੋਂ ਜੇਲ੍ਹ ਵਿੱਚ ਬੰਦ ਹਨ, ਉਹਨਾਂ ਨੇ ਇੱਕ ਵੱਡਾ ਦਾਅਵਾ ਕੀਤਾ। ਉਹਨਾਂ ਨੇ ਕਿਹਾ ਕਿ ਜੇਕਰ ਜੇਲ੍ਹ ਦੇ ਅੰਦਰ ਉਹਨਾਂ ਨੂੰ ਕੁਝ ਹੁੰਦਾ ਹੈ ਤਾਂ ਫੌਜ ਮੁਖੀ ਫੀਲਡ ਮਾਰਸ਼ਲ ਆਸੀਮ ਮੁਨੀਰ ਇਸ ਲਈ ਜ਼ਿੰਮੇਵਾਰ ਹੋਣਗੇ। ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਯਾਨੀ PTI 5 ਅਗਸਤ ਤੋਂ ਦੇਸ਼ ਭਰ ਵਿੱਚ ਇੱਕ ਵਿਸ਼ਾਲ ਪ੍ਰਦਰਸ਼ਨ ਸ਼ੁਰੂ ਕਰਨ ਜਾ ਰਹੀ ਹੈ, ਜਿਸ ਤਹਿਤ ਸ਼ਹਿਬਾਜ਼ ਸ਼ਰੀਫ ਸਰਕਾਰ ਅਤੇ ਫੌਜੀ ਸਥਾਪਨਾ ਤੇ ਇਮਰਾਨ ਖਾਨ ਨੂੰ ਰਿਹਾ ਕਰਨ ਲਈ ਦਬਾਅ ਪਾਇਆ ਜਾਵੇਗਾ। ਇਮਰਾਨ ਖਾਨ ਦੀ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਗਿਆ ਕਿ ਜੇਲ੍ਹ ਵਿੱਚ ਮੇਰੇ ਨਾਲ ਜਿਸ ਤਰ੍ਹਾਂ ਦਾ ਵਹਿਸ਼ੀ ਸਲੂਕ ਕੀਤਾ ਜਾ ਰਿਹਾ ਹੈ ਉਹ ਹਾਲ ਹੀ ਵਿੱਚ ਵਧੀਆ ਹੈ। ਮੇਰੀ ਪਤਨੀ ਬੁਸ਼ਰਾ ਬੀਬੀ ਨਾਲ ਵੀ ਇਸੇ ਤਰ੍ਹਾਂ ਦਾ ਸਲੂਕ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਉਹਨਾਂ ਦੇ ਸੈੱਲ ਵਿੱਚ ਟੈਲੀਵਿਜ਼ਨ ਵੀ ਬੰਦ ਕਰ ਦਿੱਤਾ ਗਿਆ। ਸਾਡੇ ਦੋਵਾਂ ਦੇ ਮਨੁੱਖੀ ਅਤੇ ਕਾਨੂੰਨੀ ਅਧਿਕਾਰ ਜੋ ਸਾਰੇ ਕੈਦੀਆਂ ਨੂੰ ਦਿੱਤੇ ਜਾਂਦੇ ਹਨ, ਉਹਨਾਂ ਤੋਂ ਖੋਹ ਲਏ ਗਏ ਹਨ। ਸਾਬਕਾ ਪ੍ਰਧਾਨ ਮੰਤਰੀ ਖਾਨ ਨੇ ਦਾਅਵਾ ਕੀਤਾ ਕਿ ਉਹ ਜਾਣਦੇ ਹਨ ਕਿ ਇੱਕ ਕਰਨਲ ਅਤੇ ਜੇਲ੍ਹ ਸੁਪਰਡੈਂਟ ਆਸੀਮ ਮੁਨੀਰ ਦੇ ਹੁਕਮਾਂ ਤੇ ਕੰਮ ਕਰ ਰਹੇ ਹਨ। ਉਹ ਆਪਣੀ ਪਾਰਟੀ ਨੂੰ ਸਪਸ਼ਟ ਨਿਰਦੇਸ਼ ਦਿੰਦੇ ਹਨ ਕਿ ਜੇਕਰ ਉਹਨਾਂ ਨੂੰ ਜੇਲ੍ਹ ਵਿੱਚ ਕੁਝ ਹੁੰਦਾ ਹੈ ਤਾਂ ਆਸੀਮ ਮੁਨੀਰ ਸਿੱਧੇ ਤੌਰ ਤੇ ਜ਼ਿੰਮੇਵਾਰ ਹੋਣਗੇ। ਉਹਨਾਂ ਨੇ ਕਿਹਾ ਕਿ ਉਹ ਆਪਣੀ ਪੂਰੀ ਜ਼ਿੰਦਗੀ ਜੇਲ੍ਹ ਵਿੱਚ ਬਿਤਾਉਣ ਦੇ ਲਈ ਤਿਆਰ ਹਨ, ਪਰ ਤਾਨਾਸ਼ਾਹ ਦੇ ਸਾਹਮਣੇ ਝੁਕਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਪਾਕਿਸਤਾਨ ਦੇ ਲੋਕਾਂ ਨੂੰ ਉਹਨਾਂ ਦਾ ਸੁਨੇਹਾ ਹੈ ਕਿ ਕਿਸੇ ਵੀ ਹਾਲਤ ਵਿੱਚ ਉਹਨਾਂ ਦੀ ਦਮਨਕਾਰੀ ਸਿਸਟਮ ਅੱਗੇ ਨਹੀਂ ਝੁਕਣਾ ਚਾਹੀਦਾ। ਅਜਿਹੀ ਸਥਿਤੀ ਵਿੱਚ ਹੁਣ ਸਮਾਂ ਆ ਗਿਆ ਹੈ ਕਿ ਇਸ ਸ਼ਾਸਨ ਦੇ ਖਿਲਾਫ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤੇ ਜਾਣ। ਬੰਗਲਾਦੇਸ਼ ਵਿੱਚ ਗਦੀਓਲਾਹੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਆਵਾਮੀ ਲੀਗ ਪਾਰਟੀ ਨਾਲ ਸੰਬੰਧਿਤ ਹਮਾਇਤੀਆਂ ਤੇ ਹੋਏ ਹਮਲੇ ਵਿੱਚ 100 ਵਿਅਕਤੀਆਂ ਦੀ ਜਾਨ ਚਲੀ ਗਈ। ਬੰਗਲਾਦੇਸ਼ ਵਿੱਚ ਆਵਾਮੀ ਲੀਗ ਹਮਾਇਤੀਆਂ ਤੇ ਲਗਾਤਾਰ ਹਮਲੇ ਜਾਰੀ ਹਨ। ਇਸ ਕਤਲੇਆਮ ਤੇ ਵਿਰੋਧੀ ਧਿਰ ਨੇ ਮੁਹੰਮਦ ਯੂਨਸ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਗੋਪਾਲਗੰਜ ਵਿੱਚ ਨੈਸ਼ਨਲ ਸਿਟੀਜ਼ਨ ਪਾਰਟੀ ਵੱਲੋਂ ਕੀਤੀ ਰੈਲੀ ਦੌਰਾਨ ਹੋਈਆਂ ਹਿੰਸਕ ਝੜਪਾਂ ਵਿੱਚ ਘੱਟੋ-ਘੱਟ 4 ਵਿਅਕਤੀਆਂ ਦੀ ਮੌਤ ਹੋ ਗਈ। ਕੈਨੇਡਾ ਦੇ ਵਿੱਚ ਭਾਰਤੀ ਪਰਿਵਾਰਾਂ ਦੇ ਘਰਾਂ ਅਤੇ ਕਾਰੋਬਾਰੀ ਟਿਕਾਣਿਆਂ ਤੇ ਚੱਲ ਰਹੀਆਂ ਗੋਲੀਆਂ ਦਰਮਿਆਨ ਸਿਆਸਤਦਾਨ ਵੀ ਨਿਸ਼ਾਨਾ ਤੇ ਆ ਚੁੱਕੇ ਹਨ ਅਤੇ ਧਮਕੀਆਂ ਆਉਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ। ਜੀ ਹਾਂ, ਲੋਰੈਂਸ ਬਿਸ਼ਨੋਈ ਗਿਰੋਹ ਨੂੰ ਅੱਤਵਾਦੀ ਜਥੇਬੰਦੀ ਐਲਾਨੇ ਜਾਣ ਦੀ ਮੰਗ ਕਰਨ ਵਾਲੇ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਦੀ ਜਾਨ ਵੀ ਖਤਰੇ ਵਿੱਚ ਨਜ਼ਰ ਆ ਰਹੀ ਹੈ ਅਤੇ ਪੀਲ ਰੀਜਨਲ ਪੁਲਿਸ ਵੱਲੋਂ ਸਖਤ ਸੁਰੱਖਿਆ ਬੰਦੋਬਸਤ ਕੀਤੇ ਜਾਣ ਦੀ ਰਿਪੋਰਟ ਹੈ। ਮੀਡੀਆ ਰਿਪੋਰਟ ਮੁਤਾਬਕ ਜਾਨੋਂ ਮਾਰਨ ਦੀ ਧਮਕੀ ਤਕਰੀਬਨ 2-3 ਹਫ਼ਤੇ ਪਹਿਲਾਂ ਮੇਅਰ ਦੇ ਦਫ਼ਤਰ ਵਿੱਚ ਈਮੇਲ ਰਾਹੀਂ ਪੁੱਜੀ ਸੀ, ਜਿਸ ਵਿੱਚ ਪੈਟਰਿਕ ਬਰਾਊਨ ਦੀ ਪਤਨੀ ਅਤੇ ਬੇਟੇ ਦਾ ਵੀ ਜ਼ਿਕਰ ਕੀਤਾ ਗਿਆ ਸੀ। ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੂੰ ਜਾਨੋਂ ਮਾਰਨ ਦੀ ਧਮਕੀ ਇੱਕ ਸਮਾਗਮ ਦੌਰਾਨ ਜਦੋਂ ਪੈਟਰਿਕ ਬਰਾਊਨ ਨੂੰ ਧਮਕੀ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਜਵਾਬ ਦੇਣ ਦੀ ਜ਼ਿੰਮੇਵਾਰੀ ਪੀਲ ਪੁਲਿਸ ਦੇ ਡਿਪਟੀ ਚੀਫ ਨਿਕ ਤੇ ਸੁੱਟ ਦਿੱਤੀ। ਮਿਲੀਨੋਵਿਚ ਨੇ ਦੱਸਿਆ ਕਿ ਧਮਕੀ ਸਿਰਫ ਮੇਅਰ ਨੂੰ ਨਹੀਂ ਦਿੱਤੀ ਗਈ, ਸਗੋਂ ਉਹਨਾਂ ਦੇ ਪਰਿਵਾਰ ਨੂੰ ਵੀ ਧਮਕਾਇਆ ਗਿਆ, ਜਿਸ ਨੂੰ ਵੇਖਦਿਆਂ ਮੁਕੰਮਲ ਚੌਕਸੀ ਵਰਤੀ ਜਾ ਰਹੀ ਹੈ ਅਤੇ ਮੇਅਰ ਨੂੰ ਪੁਲਿਸ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪੈਟਰਿਕ ਬਰਾਊਨ ਦੀ ਆਵਾਜਾਈ ਦੌਰਾਨ ਅਤੇ ਉਹਨਾਂ ਦੇ ਘਰ ਦੁਆਲੇ 2 ਹਫ਼ਤੇ ਤੱਕ ਪੁਲਿਸ ਮੁਲਾਜ਼ਮ ਤੈਨਾਤ ਰਹੇ। ਦੂਜੇ ਪਾਸੇ ਧਮਕੀ ਭਰੀ ਈਮੇਲ ਬਾਰੇ ਪੁੱਛਗਿੱਛ ਕਰਨ ਮਗਰੋਂ ਸੁਰੱਖਿਆ ਵਾਪਸ ਲਈ ਜਾ ਚੁੱਕੀ ਹੈ। ਮਿਲੀਨੋਵਿਚ ਨੇ ਇਹ ਨਹੀਂ ਦੱਸਿਆ ਕਿ ਮਾਮਲੇ ਦੀ ਪੜਤਾਲ ਹੁਣ ਵੀ ਚੱਲ ਰਹੀ ਹੈ, ਪਰ ਇਸ ਗੱਲ ਦੀ ਤਸਦੀਕ ਕਰ ਦਿੱਤੀ ਕਿ ਧਮਕੀ ਕੈਨੇਡਾ ਵਿੱਚੋਂ ਹੀ ਆਈ ਸੀ। ਧਮਕੀ ਵਿੱਚ ਪਤਨੀ ਅਤੇ ਬੇਟੇ ਦਾ ਜ਼ਿਕਰ ਵੀ ਕੀਤਾ। ਉਹਨਾਂ ਨੇ ਅੱਗੇ ਕਿਹਾ ਕਿ ਪੁਲਿਸ ਜਲਦ ਹੀ ਵਿਸਤਾਰਤ ਮੁਹੱਈਆ ਕਰਵਾਉਣ ਦੇ ਸਮਰੱਥ ਹੋ ਜਾਵੇਗੀ, ਪਰ ਇਸ ਵੇਲੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ। ਇਸੇ ਦੌਰਾਨ ਪੈਟਰਿਕ ਬਰਾਊਨ ਨੇ ਕਿਹਾ ਕਿ ਉਹ ਪੜਤਾਲ ਵਿੱਚ ਦਖਲ ਨਹੀਂ ਦੇਣਾ ਚਾਹੁੰਦੇ ਅਤੇ ਪੀਲ ਪੁਲਿਸ ਉੱਤੇ ਉਹਨਾਂ ਨੂੰ ਪੂਰਾ ਯਕੀਨ ਹੈ।
ਮੇਅਰ ਨੇ ਦੱਸਿਆ ਕਿ ਉਹਨਾਂ ਨੂੰ ਕੁਝ ਵਰੇ ਪਹਿਲਾਂ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ ਅਤੇ ਸਭ ਤੁਹਾਡੀ ਜ਼ਿੰਦਗੀ ਤੇ ਲੰਬਾ ਸਮਾਂ ਅਸਰ ਅੰਦਾਜ਼ ਨਹੀਂ ਰਹਿੰਦਾ। ਇੱਥੇ ਦੱਸਣਾ ਬਣਦਾ ਹੈ ਕਿ BC ਦੇ ਪ੍ਰੀਮੀਅਰ ਡੇਵਿਡ ਈਬੀ ਅਤੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਸਣੇ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਵੀ ਲਾਰੈਂਸ ਬਿਸ਼ਨੋਈ ਦੇ ਗਿਰੋਹ ਨੂੰ ਅੱਤਵਾਦੀ ਜਥੇਬੰਦੀ ਐਲਾਨਣ ਦੀ ਮੰਗ ਕਰ ਚੁੱਕੇ ਹਨ, ਜਦਕਿ ਪਿਛਲੇ ਸਮੇਂ ਦੌਰਾਨ ਉਹਨਾਂ ਵੱਲੋਂ ਤਾਮਿਲ ਭਾਈਚਾਰੇ ਦੇ ਹੱਕ ਵਿੱਚ ਵੀ ਹਾਂ ਦਾ ਨਾਰਾ ਮਾਰਿਆ ਗਿਆ। ਪੁਲਿਸ ਸੂਤਰਾਂ ਦੇ ਮੁਤਾਬਕ ਜਾਨੋਂ ਮਾਰਨ ਦੀ ਧਮਕੀ ਤਾਮਿਲ ਭਾਈਚਾਰੇ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੇ ਜਾਣ ਦਾ ਸਿੱਟਾ ਨਹੀਂ ਹੈ। ਦੂਜੇ ਪਾਸੇ ਭਾਰਤੀ ਪਰਿਵਾਰਾਂ ਦੇ ਘਰਾਂ ਤੇ ਪਿਛਲੇ ਦਿਨੀ ਗੋਲੀਆਂ ਚਲਾਉਣ ਵਾਲਿਆਂ ਦੀ ਹੁਣ ਤੱਕ ਕੋਈ ਉਗਸੁਗ ਨਹੀਂ ਲੱਗ ਸਕੀ, ਜਦਕਿ ਸੋਸ਼ਲ ਮੀਡੀਆ ਤੇ ਹੋ ਰਹੀਆਂ ਟਿੱਪਣੀਆਂ ਵਿੱਚ ਇਹ ਵੀ ਆਖਿਆ ਜਾ ਰਿਹਾ ਹੈ ਕਿ ਕੁਝ ਲੋਕ ਆਪਣੇ ਆਪ ਨੂੰ ਪੀੜਿਤ ਦਰਸਾਉਣ ਦੇ ਲਈ ਖੁਦ ਹੀ ਗੋਲੀਬਾਰੀ ਦੀਆਂ ਵਾਰਦਾਤਾਂ ਕਰਵਾ ਰਹੇ ਹਨ। ਇਸ ਮੁੱਦੇ ਤੇ ਪੀਲ ਰੀਜਨਲ ਪੁਲਿਸ ਦੀ ਟਿੱਪਣੀ ਹਾਸਲ ਨਹੀਂ ਹੋ ਸਕੀ। ਇਹ ਸਾਂਝੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਣੇ ਰਹੋ ਪੰਜਾਬ ਮਿਲ ਯੂਐਸਟੀ ਟੀਵੀ ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।